ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਪ੍ਰੋਗਰਾਮ ਖਬਰ ਪੜਤਾਲ ਲੈ ਕੇ ਹਾਜ਼ਰ ਹਾਂ ਜੀ। ਸੋ ਪੰਜਾਬ ਦੇ ਜਿੰਨੇ ਵੀ ਖਾਸ ਮੁੱਦੇ ਰਹਿੰਦੇ ਆ ਉਹਨਾਂ ਉੱਪਰ ਅਸੀਂ ਲਗਾਤਾਰ ਚਰਚਾ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਜੀ ਬਿਲਕੁਲ। ਤੇ ਅਗਰ ਅਸੀਂ ਖਾਸ ਖਬਰਾਂ ਦੀ ਗੱਲ ਕਰੀਏ ਜੋ ਪੰਜਾਬ ਦੇ ਨਾਲ ਜੁੜੀਆਂ ਨੇ, ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜੁੜੀਆਂ, ਸੁਰਖੀਆਂ ਵਿੱਚ ਨੇ ਕਿ ਸਿੱਧੂ ਮੂਸੇਵਾਲਾ ਦਾ ਕਤਲकांड ਦਾ ਜੋ ਮਾਮਲਾ ਹੈ ਭਗਵੰਤ ਮਾਨ ਦੇ ਲਈ, ਪੰਜਾਬ ਸਰਕਾਰ ਦੇ ਲਈ ਵੱਡੀ ਚੁਣੌਤੀ ਬਣ ਗਿਆ ਹੈ। ਕੀ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਲਿਆਂਦਾ ਜਾਏਗਾ ਪੁੱਛਗਿੱਛ ਲਈ? ਵੱਡਾ ਸਵਾਲ ਹੈ। ਲਾਰੈਂਸ ਬਿਸ਼ਨੋਈ ਦੇ ਮਾਮਲੇ ਵਿੱਚ ਕੀ ਅਪਡੇਟ ਹੈ, ਉਸ ਦੇ ਉੱਪਰ ਚਰਚਾ ਜ਼ਰੂਰ ਕਰਾਂਗੇ। ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲੀਆਂ, ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਡੇ ਤੋਂ ਪੂਰੀ ਜਾਣਕਾਰੀ ਅਸੀਂ ਅੱਜ ਜ਼ਰੂਰ ਲੈਣੀ ਹੈ। ਤੇ ਨਾਲ ਦੀ ਨਾਲ ਲਾਡੋਵਾਲ ਬੱਸ ਮਾਮਲਾ ਆਖਿਰ ਕੀ ਹੈ, ਕੀ ਇਹ ਪੂਰੀ ਘਟਨਾ ਜੋ ਵਾਪਰੀ ਹੈ ਇਸ ਦੇ ਬਾਰੇ ਵੀ ਪੂਰੀ ਤੁਹਾਡੇ ਤੋਂ ਜਾਣਕਾਰੀ ਲਾਂਗੇ। ਸਭ ਤੋਂ ਪਹਿਲਾਂ ਅਗਰ ਸ਼ੁਰੂਆਤ ਕਰੀਏ ਤਾਂ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਕਤਲकांड ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਪਰ, ਭਗਵੰਤ ਮਾਨ ਦੇ ਉੱਪਰ ਬਹੁਤ ਹੀ ਦਬਾਅ ਜ਼ਰੂਰ ਬਣ ਰਿਹਾ ਹੈ। ਜਾਂਚ ਨੂੰ ਲੈ ਕੇ ਕਾਫੀ ਸਵਾਲ ਬਣੇ ਹੋਏ ਨੇ, ਚਾਹੇ ਅਸੀਂ ਗੱਲ ਕਰ ਲਈਏ ਕੈਨੇਡਾ ਬੈਠੇ ਗੋਲਡੀ ਬਰਾੜ ਦੀ, ਚਾਹੇ ਗੱਲ ਕਰ ਲਈਏ ਲਾਰੈਂਸ ਬਿਸ਼ਨੋਈ ਦੀ। ਕੀ ਅਪਡੇਟ ਹੈ, ਕੀ ਤਾਜ਼ਾ ਨਿਕਲ ਕੇ ਆ ਰਿਹਾ ਹੈ? ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਬਹੁਤ ਵੱਡਾ ਦਬਾਅ ਹੈ ਭਗਵੰਤ ਮਾਨ ਦੀ ਸਰਕਾਰ ਤੇ। ਵਿਰੋਧੀਆਂ ਦੇ ਹੱਥ ਲਾ ਐਂਡ ਆਰਡਰ ਦਾ ਇੱਕ ਮੁੱਦਾ ਲੱਗ ਗਿਆ, ਕਿਉਂਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ, ਖਾਸ ਤੌਰ ਤੇ ਸੁਰੱਖਿਆ ਵਾਪਸੀ ਤੋਂ ਬਾਅਦ ਅਚਾਨਕ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਵਿਰੋਧੀਆਂ ਨੂੰ ਇੱਕ ਮੌਕਾ ਮਿਲ ਗਿਆ ਭਗਵੰਤ ਮਾਨ ਦੀ ਸਰਕਾਰ ਤੇ ਦਬਾਅ ਬਣਾਉਣ ਦਾ। ਔਰ ਦਬਾਅ ਦੇ ਵਿੱਚ ਹੈ ਭਗਵੰਤ ਮਾਨ ਦੀ ਸਰਕਾਰ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਭਗਵੰਤ ਮਾਨ ਦੀ ਸਰਕਾਰ ਇਸ ਦਬਾਅ ਚੋਂ ਹੁਣ ਬਾਹਰ ਨਿਕਲਣ ਦੇ ਯਤਨ ਕਰ ਰਹੀ ਹੈ। ਉਹਦੇ ਲਈ ਕਈ ਵੱਡੇ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ। ਇੱਕ ਤਾਂ ਜਿਹੜੀ ਸਿੱਟ ਹੈ ਉਹਦਾ ਪੁਨਰਗਠਨ ਕੀਤਾ ਗਿਆ। ਪਰ ਮੈਂ ਉਸ ਤੋਂ ਪਹਿਲਾਂ ਵੀ ਹਰਜੋਤ ਜੀ ਗੱਲ ਕਰਨੀ ਚਾਹੂੰਗਾ ਕਿ ਕੋਸ਼ਿਸ਼ਾਂ ਔਰ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਦੇ ਜਿਹੜੇ ਐਕਸਪਰਟ ਨੇ, ਭਾਵੇਂ ਉਹ ਪੁਲਿਸ ਦੇ ਨੇ, ਭਾਵੇਂ ਉਹ ਜਿਹੜੇ ਨੇ ਉਹ ਲਾ ਇਨਫੋਰਸਮੈਂਟ ਏਜੰਸੀਜ਼ ਦੇ ਨੇ, ਜਾਂ ਜਿਹੜੇ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ। ਫਿਰ ਜਿਹੜੇ ਪੰਜਾਬ ਸਰਕਾਰ 'ਚ ਵਿਦੇਸ਼ ਮਾਮਲਿਆਂ ਦੇ ਜਾਣਕਾਰੀ ਨੇ, ਐਕਸਟ੍ਰਾਡੀਸ਼ਨ ਦੇ ਐਕਸਪਰਟ ਨੇ, ਉਹ ਵੀ ਆਪਣਾ ਆਪਣਾ ਓਪੀਨੀਅਨ ਦੇ ਰਹੇ ਨੇ ਕਿ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਲੈ ਕੇ ਕਿਵੇਂ ਆਉਣਾ ਹੈ, ਕਿਉਂਕਿ ਦੱਸਿਆ ਜਾ ਰਿਹਾ ਕਿ ਉਹਦਾ ਸੰਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ। ਔਰ ਉਸ ਦਿਨ ਡੀਜੀਪੀ ਨੇ ਕਿਹਾ ਸੀ ਪ੍ਰੈਸ ਕਾਨਫਰੰਸ ਵਾਲੇ ਦਿਨ, ਜਿਸ ਦਿਨ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਕਿ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲੈ ਲਈ ਹੈ ਪੋਸਟ ਪਾ ਕੇ। ਹੁਣ ਸਵਾਲ ਇਹ ਹੈ ਕਿ ਉਹਦਾ ਐਕਸਟ੍ਰਾਡੀਸ਼ਨ ਕਿਵੇਂ ਹੋਏਗਾ। ਐਕਸਟ੍ਰਾਡੀਸ਼ਨ ਨੂੰ ਆਸਾਨ ਸ਼ਬਦਾਂ 'ਚ ਦੱਸ ਦਿੰਦਾ ਕਿ ਉਹਨੂੰ ਭਾਰਤ ਅਸੀਂ ਵਾਪਸ ਕਿਵੇਂ ਲੈ ਕੇ ਆਉਣਾ ਹੈ। ਇਹ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ। ਮੈਂ ਇਹ ਵੀ ਦੱਸ ਦਿੰਦਾ, ਇਸ ਤੋਂ ਪਹਿਲਾਂ ਜੱਸੀ ਮਿੱਠੂ ਕਤਲकांड ਹੋਇਆ ਸੀ। ਜੱਸੀ ਕਤਲकांड, ਜੱਸੀ ਮਿੱਠੂ ਕਾਂਡ ਜਿਹਨੂੰ ਕਹਿੰਦੇ, ਉਹਦੇ ਵਿੱਚ ਜੱਸੀ ਦੇ ਮਾਤਾ ਜੀ ਔਰ ਜੱਸੀ ਦੇ ਮਾਮਾ ਜੀ, ਉਹਨਾਂ ਦਾ ਐਕਸਟ੍ਰਾਡੀਸ਼ਨ ਕੀਤਾ ਗਿਆ ਸੀ। ਲਗਭਗ 10 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਸੀ, ਮੈਨੂੰ ਪੂਰਾ ਸਮਾਂ ਨਹੀਂ ਪਤਾ, ਪਰ 10 ਸਾਲ ਤੋਂ ਵੱਧ ਸਮਾਂ ਲੱਗ ਗਿਆ ਸੀ ਉਹਨਾਂ ਨੂੰ ਕੈਨੇਡਾ ਤੋਂ ਭਾਰਤ ਲੈ ਕੇ ਆਉਣ ਨੂੰ, ਕਿਉਂਕਿ ਇਹ ਬਹੁਤ ਕੰਪਲਿਕੇਟਡ ਪ੍ਰੋਸੈਸ ਹੈ। ਔਰ ਇਹਦੇ 'ਚ ਸੂਬਾ ਸਰਕਾਰ ਦੀਆਂ ਪੁਲਿਸ ਦੀਆਂ ਏਜੰਸੀਆਂ ਔਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਤਾਲਮੇਲ ਬਹੁਤ ਜ਼ਰੂਰੀ ਹੈ। ਹੁਣ ਜਿਹੜਾ ਐਕਸਟ੍ਰਾਡੀਸ਼ਨ ਹੋਣਾ ਹੈ ਗੋਲਡੀ ਬਰਾੜ ਦਾ, ਸਾਡਾ ਭਾਰਤ ਦਾ ਐਕਸਟ੍ਰਾਡੀਸ਼ਨ ਐਕਟ ਹੈ 1962, ਇਹਦੇ ਤਹਿਤ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਕੋਲੇ ਅਧਿਕਾਰ ਹੈ ਕਿ ਅਸੀਂ ਕਿਵੇਂ ਦੂਸਰੇ ਮੁਲਕਾਂ ਤੋਂ ਜਿਹੜੇ ਲੋਕ ਹੀਨੀਅਸ ਕ੍ਰਾਈਮਸ ਦੇ ਨਾਲ ਜੁੜੇ ਨੇ, ਭਾਰਤ ਦੇ ਬਾਹਰ ਬਹਿ ਕੇ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਜਾਂ ਕੋਈ ਕ੍ਰਾਈਮ ਕਰਕੇ ਭੱਜ ਗਏ, ਉਹਨਾਂ ਨੂੰ ਵਾਪਸ ਕਿਵੇਂ ਲੈ ਕੇ ਆਉਣਾ ਹੈ। ਔਰ ਇਹਦੇ ਵਿੱਚ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ, ਸਭ ਤੋਂ ਵੱਡਾ ਰੋਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਹੈ, ਔਰ MEA ਇਹਦੇ ਵਿੱਚ ਨੋਡਲ ਏਜੰਸੀ ਹੈ। ਹੁਣ ਇਹਦੇ ਵਿੱਚ ਪੰਜਾਬ ਦੀ ਸਰਕਾਰ ਹੋਮ ਮਿਨਿਸਟਰੀ ਦੇ ਨਾਲ ਰਾਬਤੇ 'ਚ ਆਊਗੀ, ਪੰਜਾਬ ਦੀ ਪੁਲਿਸ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀਜ਼ ਨਾਲ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਨਾਲ, ਉਹਨਾਂ ਦੇ ਨਾਲ ਰਾਬਤੇ 'ਚ ਆਊਗੀ। ਪੰਜਾਬ ਵੱਲੋਂ ਮੰਗ ਚੱਕੀ ਜਾਊਗੀ, ਪੰਜਾਬ ਵੱਲੋਂ ਪੂਰਾ ਪ੍ਰੋਸੈਸ ਫੋਲੋ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਆਰੰਭੀ ਜਾਏਗੀ। ਔਰ ਮਿਨਿਸਟਰੀ ਆਫ ਹੋਮ ਅਫੇਅਰਸ ਹੈ, ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ, ਉਹ ਇਹ ਪੂਰੇ ਮਾਮਲੇ ਨੂੰ ਟੇਕ ਅਪ ਕਰੇਗੀ। ਔਰ ਮੈਂ ਹੋਰ ਦੱਸਦਾ, ਭਾਰਤ ਨੇ 42 ਦੇਸ਼ਾਂ ਦੇ ਨਾਲ ਬਾਈਲੈਟਰਲ ਐਕਸਟ੍ਰਾਡੀਸ਼ਨ ਟ੍ਰੀਟੀਜ਼ ਕੀਤੀਆਂ ਨੇ, 42 ਦੇਸ਼ਾਂ ਦੇ ਨਾਲ। ਔਰ ਇਹਦੇ ਵਿੱਚੋਂ ਜਿਹੜੇ 9 ਕੰਟਰੀਜ਼ ਦੇ ਨਾਲ ਸਾਡੇ ਐਕਸਟ੍ਰਾਡੀਸ਼ਨ ਅਰੇਂਜਮੈਂਟ ਨੇ। ਸੋ ਕੈਨੇਡਾ ਦੇ ਨਾਲ ਜਿਹੜੀਆਂ ਸਾਡੀਆਂ ਭਾਰਤ ਦੀਆਂ ਸੰਧੀਆਂ ਨੇ ਐਕਸਟ੍ਰਾਡੀਸ਼ਨ ਨਾਲ ਸੰਬੰਧਿਤ, ਉਹਦੇ ਤਹਿਤ ਹੀ ਇਹ ਪ੍ਰਕਿਰਿਆ ਜਿਹੜੀ ਹੈ ਇਹਨੂੰ ਅੰਜਾਮ ਦੇ ਵਿੱਚ ਲਿਆਂਦਾ ਜਾਣਾ। ਸੋ ਗੋਲਡੀ ਬਰਾੜ ਜਦ ਤੱਕ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਨਹੀਂ ਲਿਆਂਦਾ ਜਾਂਦਾ, ਪੇਸ਼ ਨਹੀਂ ਕੀਤਾ ਜਾਂਦਾ,
ਤਦ ਤੱਕ ਇਹ ਮਾਮਲਾ ਜਿਹੜਾ ਇਹ ਬਹੁਤ ਤੇਜ਼ੀ ਦੇ ਨਾਲ ਅੱਗੇ ਨਹੀਂ ਵਧੇਗਾ, ਕਿਉਂਕਿ ਉਹਨੇ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਇਸ ਮਾਮਲੇ ਤੇ ਜ਼ਿੰਮੇਵਾਰੀ ਚੱਕੀ। ਔਰ ਦੂਸਰੀ ਗੱਲ, ਹੁਣ ਗੱਲ ਰਹਿ ਗਈ ਜਿਹੜੀ ਲਾਰੈਂਸ ਬਿਸ਼ਨੋਈ ਦੀ। ਹੁਣ ਪੁਲਿਸ ਇਹ ਮੰਨ ਰਹੀ ਹੈ ਕਿ ਬਿਸ਼ਨੋਈ ਗੈਂਗ ਇਹਦੇ ਪਿੱਛੇ ਹੈ, ਗੋਲਡੀ ਬਰਾੜ ਵੀ ਬਿਸ਼ਨੋਈ ਗੈਂਗ ਨਾਲ ਹੀ ਸੰਬੰਧਿਤ ਹੈ। ਇਹ ਪੁਲਿਸ ਦਾ ਦਾਅਵਾ ਹੈ, ਪੰਜਾਬ ਦੀ ਪੁਲਿਸ ਦਾ। ਹੁਣ ਕਿਉਂਕਿ ਉਹ ਦਿੱਲੀ 'ਚ ਇਸ ਵਕਤ ਉਹਨੂੰ ਰਿਮਾਂਡ ਤੇ ਲਿਆ ਗਿਆ ਉੱਥੇ ਸਪੈਸ਼ਲ ਸੈੱਲ ਵੱਲੋਂ, ਪੰਜਾਬ ਦੀ ਪੁਲਿਸ ਚਾਹੇਗੀ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਲਾਰੈਂਸ ਬਿਸ਼ਨੋਈ ਨੂੰ ਆਪਣੀ ਕਸਟਡੀ 'ਚ ਲਿਆਈਏ, ਉਹਨੂੰ ਮਾਨਸਾ ਲਿਆਂਦਾ ਜਾਏਗਾ ਜਿੱਥੇ ਕ੍ਰਾਈਮ ਹੋਇਆ ਸੀ, ਉੱਥੇ ਉਹਨੂੰ ਫਿਰ ਅਦਾਲਤ 'ਚ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਜਾਏਗਾ, ਉੱਥੇ ਹੀ ਲਾਰੈਂਸ ਬਿਸ਼ਨੋਈ ਤੋਂ ਉਹਦੇ ਤੋਂ ਪੁੱਛਗਿੱਛ ਕੀਤੀ ਜਾਏਗੀ। ਔਰ ਹੁਣ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੇ ਵਕੀਲਾਂ ਨੇ ਪਹਿਲਾਂ ਜਿਹੜੀ NIA ਦੀ ਕੋਰਟ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਸੀ, ਉਹਨਾਂ ਨੇ ਫਿਰ ਹਾਈ ਕੋਰਟ ਗਏ, ਦਿੱਲੀ ਹਾਈ ਕੋਰਟ, ਉਹ ਵਾਪਸ ਲੈ ਲਈ ਹੈ ਜਿਹੜੀ ਪਟੀਸ਼ਨ ਪਾਈ ਸੀ ਕਿ ਸੁਰੱਖਿਆ ਚਾਹੀਦੀ ਹੈ, ਤੇ ਹੁਣ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਪਟੀਸ਼ਨ ਮੂਵ ਕਰ ਸਕਦੇ ਨੇ। ਕੱਲ ਉਹਨਾਂ ਨੇ ਇਹ ਪਟੀਸ਼ਨ ਵਾਪਸ ਲੈ ਲਈ ਸੀ, ਉਹਨਾਂ ਦੇ ਵਕੀਲਾਂ ਦਾ ਇਹਦੇ ਤੇ ਬਿਆਨ ਵੀ ਆਇਆ। ਔਰ ਇਸ ਵਕਤ ਮੈਂ ਆਪਣੀ ਟੀਮ ਨੂੰ ਕਹੂੰਗਾ ਅਗਰ ਉਹ ਬਿਆਨ ਸਾਡੇ ਕੋਲੇ ਉਪਲਬਧ ਹੈ ਤੇ ਅਸੀਂ ਉਹ ਬਿਆਨ ਉਹਨਾਂ ਦੇ ਵਕੀਲ ਦਾ ਇੱਕ ਵਾਰੀ ਜ਼ਰੂਰ ਸੁਣਾ ਦਈਏ। ਇਸੇ ਦਰਮਿਆਨ ਪਰ ਮੈਂ ਅੱਗੇ ਵਧਦਾ। ਹੁਣ ਪੰਜਾਬ ਦੀ ਸਰਕਾਰ ਨੇ ਜਿਹੜੀ ਸਿੱਟ ਨੂੰ ਅਪਗ੍ਰੇਡ ਕਰਤਾ, ਪੁਨਰਗਠਨ ਕਰਤਾ ਸਿੱਟ ਦਾ। ਹੁਣ ਇਸ ਸਿੱਟ 'ਚ 6 ਮੈਂਬਰ ਹੋ ਗਏ ਨੇ, ਜਿਹੜੇ ਨਵੇਂ ਚੇਅਰਮੈਨ ਲਾਏ ਗਏ ਨੇ ਜਸਕਰਨ ਸਿੰਘ ਨੇ, ਇੰਸਪੈਕਟਰ ਜਨਰਲ ਆਫ ਪੁਲਿਸ, ਔਰ AIG ਨੇ ਜਿਹੜੇ ਸਪੈਸ਼ਲ ਟਾਸਕ ਫੋਰਸ ਦੇ ਗੁਰਮੀਤ ਸਿੰਘ ਚੌਹਾਨ, ਉਹਨਾਂ ਨੂੰ ਸਿੱਟ 'ਚ ਪਾਇਆ ਗਿਆ। ਔਰ ਗੌਰਵ ਤੋਰਾ ਜਿਹੜੇ SSP ਨੇ ਜਿਹੜੇ ਮਾਨਸਾ ਦੇ, ਉਹਨਾਂ ਨੂੰ ਵੀ ਇਹਦੇ ਵਿੱਚ ਪਾਇਆ ਗਿਆ। ਸੋ 3 ਮੈਂਬਰ ਪਹਿਲਾਂ ਸੀ, ਸੋ 6 ਮੈਂਬਰੀ ਸਿੱਟ ਹੋ ਗਈ। ਔਰ ਪੰਜਾਬ ਦੇ DGP ਨੇ ਕਿਹਾ ਕਿ ਕੋਈ ਇਹਦੇ 'ਚ ਐਕਸਪਰਟ ਸ਼ਾਮਲ ਕਰਨਾ ਹੈ ਤੇ DGP ਦੀ ਮਨਜ਼ੂਰੀ ਦੇ ਨਾਲ ਉਹਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਇਹ ਸਿੱਟ ਹੈ ਇਹ ਐਕਸਟ੍ਰਾਡੀਸ਼ਨ ਨਾਲ ਜਿਹੜੇ ਸੰਬੰਧਿਤ ਐਕਸਪਰਟ ਹੈ ਕਿਸੇ ਦੀ ਸਲਾਹ ਮਸ਼ਵਰੇ ਦੇ ਲਈ ਉਹਨਾਂ ਤੋਂ ਵੀ ਸਲਾਹ ਮਸ਼ਵਰਾ ਕਰੇ, ਜਾਂ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਆਫਿਸ ਹੈ ਉਹਦੀ ਤਾਂ ਪ੍ਰਾਈਮ ਡਿਊਟੀ ਰਹੇਗੀ ਐਡਵੋਕੇਟ ਜਨਰਲ ਦੇ ਆਫਿਸ ਦੀ, ਉਹ ਜ਼ਰੂਰ ਇਸ ਪੂਰੇ ਮਾਮਲੇ ਤੇ ਆਪਣੇ ਸੁਝਾਅ ਵੀ ਪੰਜਾਬ ਦੀ ਪੁਲਿਸ ਨੂੰ ਦੇਣਗੇ। ਸੋ ਇਹ ਮਾਮਲਾ ਜਿਹੜਾ ਹੁਣ ਇਹ ਜਦ ਤੱਕ ਇਸ ਮਾਮਲੇ ਨੂੰ ਸੋਲਵ ਨਹੀਂ ਕੀਤਾ ਜਾਂਦਾ, ਹੱਲ ਨਹੀਂ ਕੀਤਾ ਜਾਂਦਾ ਸਿੱਧੂ ਮੂਸੇਵਾਲੇ ਦੇ ਮਾਮਲੇ ਨੂੰ, ਇਹ ਮਾਮਲਾ ਵੱਡਾ ਮੁੱਦਾ ਪੰਜਾਬ ਦੀ ਸਿਆਸਤ 'ਚ ਬਣਿਆ ਰਹੂਗਾ। ਔਰ ਵਿਰੋਧੀ ਧਿਰਾਂ ਇਹਨੂੰ ਲੈਂਡ ਆਰਡਰ ਦੇ ਨਾਲ ਜੋੜ ਰਹੀਆਂ ਨੇ ਕਿ ਪੰਜਾਬ ਦਾ ਲੈਂਡ ਆਰਡਰ ਸਹੀ ਨਹੀਂ ਹੈ। ਔਰ 23 ਜੂਨ ਨੂੰ ਜਿਹੜੀ ਚੋਣ ਹੋਣੀ ਹੈ ਸੰਗਰੂਰ ਦੀ ਜ਼ਿਮਨੀ, ਮੈਂ ਇਹ ਵੀ ਕਹੂੰਗਾ ਹਰਜੋਤ ਜੀ, ਉਸ ਜ਼ਿਮਨੀ ਚੋਣ ਤੋਂ ਪਹਿਲਾਂ ਵਿਰੋਧੀਆਂ ਦੇ ਹੱਥ ਇੱਕ ਮੁੱਦਾ ਮਿਲ ਗਿਆ, ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਤੇ ਇਨਸਾਫ ਦੀ ਮੰਗ ਦਾ ਇੱਕ ਮੁੱਦਾ ਮਿਲ ਗਿਆ। ਔਰ ਇਹਦੇ ਤੇ ਰਾਜਨੀਤੀ ਵੀ ਹੋਏਗੀ, ਪਰ ਇਨਸਾਫ ਦੀ ਮੰਗ ਨੂੰ ਲੈ ਕੇ ਕੱਲ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਵੀ ਮਿਲ ਕੇ ਆਏ ਨੇ ਪੰਜਾਬ ਦੇ ਗਵਰਨਰ ਨੂੰ। ਔਰ ਅੱਗੇ ਵਧਣ ਤੋਂ ਪਹਿਲਾਂ ਮੈਂ ਚਾਹੂੰਗਾ ਹਰਜੋਤ ਜੀ ਇੱਕ ਵਾਰੀ ਅਸੀਂ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਦੀ ਗੱਲ ਵੀ ਸੁਣਾ ਦਈਏ ਕਿ ਪੰਜਾਬ ਦੇ ਗਵਰਨਰ ਨੂੰ ਉਹਨਾਂ ਨੇ ਕੀ ਸ਼ਿਕਾਇਤ ਲਾਈ ਹੈ ਪੰਜਾਬ ਦੀ ਸਰਕਾਰ ਦੀ ਔਰ ਮੰਗ ਕੀ ਰੱਖੀ ਹੈ। ਜੀ ਗਵਰਨਰ ਸਾਹਿਬ ਨੂੰ ਜਿਹੜਾ ਮੂਸੇਵਾਲਾ ਸਾਹਿਬ ਦਾ ਇਹ ਹਾਦਸਾ ਹੋਇਆ ਹੈ ਉਹਦੇ ਮੁਤਲਕ ਮਿਲ ਕੇ ਆਏ हैं और तमाम चीज़ों बारे जानकारी दे के आए कि किस तरह पंजाब दे विच लॉ एंड ऑर्डर की स्थिति है और ये सीधा सिद्धू मूसेवाला साहब की जान बचाई जा सकती सी जे पंजाब सरकार यानी कि भगवंत मान ते पंजाब दे DGP संजीदगी विखाउंदे। जिस तरह जिस व्यक्ति नूं इंटैलीजेंसी ब्यूरो ने और रॉ दी रिपोर्ट के मुताबिक एक बहुत वड्डा खतरा दस्या गया सी उहदी जान नूं, अगर किसी दी सिक्योरिटी जिन्हों थ्रैट हैगा पूरी सिक्योरिटी घटा भी रहे हो तुसीं, उहदे च किहड़े मापदंड तुसीं लए लेकिन वो जनतक नहीं कर सकते। फोकी शौहरत दे वास्ते कि असी फेसबुक ते भगवंत मान जी ने लिखा कि असी मूसेवाला दी ते डेरा ब्यास दी सिक्योरिटी वापस ले ली गई। सो राजा वड़िंग नूं सुनिया असी, प्रताप बाजवा भी सुन लिया एक बारी, प्रताप बाजवा हुणां ने की किया ਜਦੋਂ ਇਨਸੀਡੈਂਟ ਹੁੰਦਾ ਅੱਧੇ ਘੰਟੇ ਦੇ ਵਿੱਚ ਇਹ ਜਿੰਨੀ ਫੁਰਤੀ ਵਿਖਾਉਂਦੇ ਨੇ ਇਹਨੇ ਪਹਿਲੇ ਕਦੀ ਕਿਉਂ ਨਹੀਂ ਵਿਖਾਈ ਸੀ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਗੱਲ ਕਹੀ ਹੈ ਕਿ ਟੈਕਨੀਕਲ ਨੋ ਹੋ ਕੱਲੀ NIA ਕੱਲ ਨੂੰ ਬਾਹਰੋਂ ਐਕਸਟ੍ਰੈਡਾਈਟ ਕਰਾਣੇ ਜਿਹੜੇ ਮੁਲਜ਼ਮ ਨੇ
ਉਹ ਵੀ NIA ਕੋਲ ਪਾਵਰਸ ਨੇ, ਪੰਜਾਬ ਪੁਲਿਸ ਕੋ ਕੋਈ ਨਹੀਂ, ਕਿਉਂਕਿ ਇੰਟਰਪੋਲ ਦੇ ਨਾਲ ਕਨੈਕਟ ਕਰਨ ਵਾਸਤੇ ਦੇ ਹੈਵ ਇੱਕ ਏਜੰਸੀ ਏਅਰ ਮਾਰਕਟ, ਦੈਟਸ ਦ CBI। NIA ਕੋ ਬੈਟਰ ਜਿਹੋ ਜਿਹੇ ਵੈਪਨ ਇੱਥੇ ਚੱਲੇ ਨੇ। ਤੁਸੀਂ ਸਵਾਲ ਕੀਤੇ ਹਾਈ ਕੋਰਟ ਜਾਣ ਦਾ, ਹਾਈ ਕੋਰਟ ਦੀ ਜਗ੍ਹਾ ਸੁਪਰੀਮ ਕੋਰਟ ਵੀ ਜਾਵਾਂਗੇ। ਪਹਿਲੇ ਸਾਨੂੰ ਪੂਰਨ ਆਸ ਹੈ ਕਿ ਗਵਰਨਰ ਸਾਹਿਬ ਇਹ ਸਾਡੀ ਗੱਲ, ਇਸ ਡਿਮਾਂਡ ਨੂੰ ਕਾਈਂਡਲੀ ਪੰਜਾਬ ਵੱਲ ਧਿਆਨ ਕਰੋ। ਹਰ ਰੋਜ਼ ਇੰਸੀਡੈਂਟ ਹੋ ਰਹੇ ਨੇ ਕਿਉਂਕਿ ਇਹ ਨਾਕਾਬਲ ਨੇ, ਇਨਐਕਸਪੀਰੀਅੰਸ ਨੇ, ਨॉन ਸੀਰੀਅਸ ਨੇ। ਅਸੀਂ ਕੰਡੈਮ ਕਰਨੇ ਅੱਜ ਵੀ ਕਿ ਭਗਵੰਤ ਮਾਨ ਦੀ ਆਪਣੀ ਫਟਰਨਿਟੀ ਤੋਂ ਮੂਸਾਵਾਲਾ ਸਾਹਿਬ ਸੀ, ਅਜੇ ਤੱਕ ਅਫਸੋਸ ਕਰਨ ਤੱਕ ਨਹੀਂ ਕੋਈ ਇਹਨਾਂ ਦਾ ਮੈਂਬਰ। ਸੋ ਪ੍ਰਤਾਪ ਬਾਜਵਾ ਨੇ ਦੇਖੋ ਇੱਕ ਵੱਡੀ ਗੱਲ ਕਹਿਤੀ ਕਿ ਭਗਵੰਤ ਮਾਨ ਜੀ ਅਫਸੋਸ ਕਰਨ ਨਹੀਂ ਗਏ। ਉਹ ਕਹਿੰਦੇ ਕਿ ਭਗਵੰਤ ਮਾਨ ਜੀ ਦੀ ਫਟਰਨਿਟੀ ਤੋਂ ਮੂਸੇਵਾਲਾ ਸੀ। ਇਹ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ, ਲੀਡਰ ਆਫ ਓਪੋਜੀਸ਼ਨ ਨੇ। ਸੋ ਉਹਨਾਂ ਨੇ ਇਹ ਇੱਕ ਵੱਡਾ ਸਵਾਲ ਚੱਕਿਆ। ਮੈਨੂੰ ਲੱਗਦਾ ਹੈ ਕਿਉਂਕਿ ਸ਼ੁਰੂ ਚ ਜਦੋਂ ਇਹ ਮਾਮਲਾ ਬਣਿਆ ਹਰਜੋਤ ਜੀ, ਮੈਨੂੰ ਲੱਗਦਾ ਕਿ ਉਦੋਂ ਤਣਾਅ ਵੀ ਬਹੁਤ ਸੀ ਔਰ ਜ਼ਿੰਮੇਵਾਰੀ ਵੀ ਸੀ ਪੰਜਾਬ ਦੀ ਸਰਕਾਰ ਤੇ ਕਿ ਅਮਨੋ ਅਮਾਨ ਦੇ ਨਾਲ ਸਿੱਧੂ ਮੂਸੇਵਾਲੇ ਉਹਨਾਂ ਦਾ ਸੰਸਕਾਰ ਹੋਵੇ, ਤਾਂ ਕਿ ਮਾੜੀ ਘਟਨਾ ਤਾਂ ਹੋ ਹੀ ਗਈ ਸੀ ਉਹਨਾਂ ਦੇ ਕਤਲ ਦੀ, ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਾ ਵਾਪਰੇ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਭਗਵੰਤ ਮਾਨ ਜੀ ਨਹੀਂ ਗਏ ਹੋਣੇ, ਨਹੀਂ ਤਾਂ ਭਗਵੰਤ ਮਾਨ ਜ਼ਰੂਰ ਅਫਸੋਸ ਪ੍ਰਗਟ ਕਰਨ ਜਾਂਦੇ, ਮੈਨੂੰ ਇਹ ਲੱਗਦਾ ਹੈ। ਹੁਣ ਜਿਹੜੇ ਲਾਰੈਂਸ ਬਿਸ਼ਨੋਈ ਆ, ਉਹਨਾਂ ਦੇ ਵਕੀਲ ਦੀ ਜਿਹੜੀ ਗੱਲ ਵੀ ਇੱਕ ਵਾਰੀ ਆਪਾਂ ਸੁਣ ਲਈਏ ਜੀ, ਫਿਰ ਤੁਹਾਡੇ ਸਵਾਲ ਤੇ ਮੈਂ ਅੱਗੇ ਵਧਦਾ। ਜੀ ਜੀ ਬਿਲਕੁਲ। ਸੋ ਕੁਝ ਪਲ ਲੱਗਣਗੇ ਲਾਰੈਂਸ ਬਿਸ਼ਨੋਈ ਉਹਨਾਂ ਦਾ ਜਿਹੜਾ ਉਹਨਾਂ ਦਾ ਬਿਆਨ ਹੈ ਉਹ ਵੀ ਸਾਡੇ ਕੋਲ ਆਏਗਾ। ਤੁਸੀਂ ਜਾਰੀ ਰੱਖੋ ਹਰਜੋਤ ਜੀ। ਜੀ ਬਿਲਕੁਲ, ਮੈਂ ਇੱਥੇ ਇਹ ਗੱਲ ਕਰਨ ਲੱਗੀ ਸੀ, ਬਿਲਕੁਲ ਮੈਂ ਸਿਆਸੀ ਪਾਰਟੀਆਂ ਨਾਲ ਜੁੜੀ ਵੀ ਗੱਲ ਕਰਨ ਲੱਗੀ ਸੀ, ਪਰ ਨਾਲ ਦੀ ਨਾਲ ਜਿਵੇਂ ਪਰਿਵਾਰ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਕਿ ਇਨਸਾਫ ਚਾਹੀਦਾ ਹੈ, ਜੋ ਜ਼ਰੂਰ ਇਹ ਜਾਂਚ ਇੱਕ ਸਿਰੇ ਤੇ ਪਹੁੰਚੇ, ਪਤਾ ਲੱਗੇ ਔਰ ਪੂਰੀ ਜਾਂਚ ਹੋਣੀ ਚਾਹੀਦੀ ਹੈ। ਸਿਰਫ ਪਰਿਵਾਰ ਨਹੀਂ, ਆਮ ਲੋਕ, ਪੰਜਾਬ ਦੀ ਜਨਤਾ, ਪੰਜਾਬੀ ਭਾਵੇਂ ਦੇਸ਼ 'ਚ ਬੈਠੇ ਚਾਹੇ ਵਿਦੇਸ਼ਾਂ 'ਚ ਬੈਠੇ ਨੇ, ਹਰ ਕੋਈ ਪੰਜਾਬ ਸਰਕਾਰ ਦੇ ਉੱਪਰ ਦਬਾਅ ਬਣਾ ਰਿਹਾ। ਸਿਆਸੀ ਪਾਰਟੀਆਂ ਲਗਾਤਾਰ ਉਹਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਤਾਂ ਲੈ ਹੀ ਰਹੀਆਂ ਨੇ, ਕਿਉਂਕਿ ਅਗਰ ਅਸੀਂ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਕਹੀਏ ਤਾਂ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਜੰਗਲ ਰਾਜ ਦਿਖ ਰਿਹਾ, ਤੇ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਜੋ ਭਗਵੰਤ ਮਾਨ ਨੇ ਐਜ਼ ਅ ਮੁੱਖ ਮੰਤਰੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਦੇ ਵਿੱਚ ਫੇਲ ਹੋ ਚੁੱਕੇ ਨੇ, ਬੁਰੀ ਤਰ੍ਹਾਂ ਨਾਲ ਫੇਲ ਸਰਕਾਰ ਕਰਾਰ ਦਿੱਤਾ ਜਾ ਰਿਹਾ ਵਿਰੋਧੀ ਪਾਰਟੀਆਂ ਵੱਲੋਂ। ਬਿਲਕੁਲ ਠੀਕ ਹੈ ਹਰਜੋਤ ਜੀ, ਦੇਖੋ ਮੌਕਾ ਹੈ ਇਹ, ਕਿਉਂਕਿ ਇਹ ਮਾਮਲਾ ਹੀ ਏਡਾ ਵੱਡਾ ਹੈ, ਸੈਲੀਬ੍ਰਿਟੀ ਬਹੁਤ ਵੱਡਾ ਸੀ, ਦਿਲਾਂ ਦੀ ਧੜਕਨ ਸੀ ਨੌਜਵਾਨਾਂ ਦੇ, ਸਿੱਧੂ ਮੂਸੇਵਾਲਾ। ਔਰ ਮੈਂ ਉਹਨਾਂ ਦਾ ਗਾਣਾ 295 ਦੁਬਾਰਾ ਸੁਣਿਆ ਔਰ ਉਹਦੇ ਵਿੱਚ ਕਈ ਅਜਿਹੇ ਪੁਆਇੰਟਸ ਸੀ ਜਿਹੜੇ ਬੜੀ ਜ਼ੋਰਦਾਰ ਤਰੀਕੇ ਦੇ ਨਾਲ ਉਹਨਾਂ ਨੇ ਉਭਾਰੇ ਸਿੱਧੂ ਮੂਸੇਵਾਲਾ ਨੇ। ਔਰ ਅਗਲੀ ਜਨਰੇਸ਼ਨ ਨੂੰ ਉਹਨਾਂ ਨੇ ਐਜੂਕੇਟ ਕਰਨ ਦੀ ਗੱਲ ਵੀ ਵਿੱਚ ਕਹੀ ਹੈ। ਦੇਖੋ ਕੁਝ ਸ਼ਬਦ ਨੇ ਜਿਹੜੇ ਉਹਨਾਂ ਦੇ ਉੱਤੇ ਵੱਖ-ਵੱਖ ਓਪੀਨੀਅਨ ਹੈ ਲੋਕਾਂ ਦਾ, ਪਰ ਕੁੱਲ ਮਿਲਾ ਕੇ ਮੈਂ ਸਿੱਧੂ ਮੂਸੇਵਾਲਾ ਨੂੰ ਇਹ ਮੰਨਦਾ ਕਿ ਉਹ ਇੱਕ ਬੁੱਧੀਜੀਵੀ ਗਾਇਕ ਸੀ, ਲੇਖਕ ਸੀ ਔਰ ਇੱਕ ਜਾਗਰੂਕ ਨੌਜਵਾਨ ਸੀ ਔਰ ਪੜ੍ਹਿਆ ਲਿਖਿਆ ਸੀ, ਇੰਜੀਨੀਅਰਿੰਗ ਕੀਤੀ ਉਹਨੇ। ਸੋ ਇਸ ਕਰਕੇ ਸੋਗ ਹਜੇ ਵੀ ਹੈ, ਦੁੱਖ ਹੈਗੇ ਹਜੇ ਵੀ ਹੈ। ਹਰਜੋਤ ਜੀ, ਸਾਡੇ ਆਪਣੇ ਚੈਨਲ ਦੇ ਵਿੱਚ ਵੀ ਜਿਹੜੇ ਸਾਰੇ ਨੌਜਵਾਨ ਆਪਣੇ ਸਾਥੀ ਨੇ, ਪੱਤਰਕਾਰ ਨੇ ਜਾਂ ਵੀਡੀਓ ਐਡੀਟਰ ਨੇ ਜਾਂ ਸੋਸ਼ਲ ਮੀਡੀਆ ਦੀ ਟੀਮ ਹੈਂਡਲ ਕਰਨ ਵਾਲੇ ਨੇ ਜਾਂ ਟੈਕਨੀਕਲ ਟੀਮ ਵਾਲੇ ਨੇ, ਉਹ ਸਾਰੇ ਬੜੇ ਦੁਖੀ ਨੇ ਕਈ ਦਿਨਾਂ ਦੇ। ਔਰ ਪੂਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸੋਗ ਦੀ ਲਹਿਰ ਜਿਹੜੀ ਹਜੇ ਵੀ ਉਸੇ ਤਰ੍ਹਾਂ ਹੀ ਹੈ। ਇਹ ਮਾਮਲਾ ਐਡਾ ਵੱਡਾ ਬਣ ਗਿਆ ਪੰਜਾਬ ਦੇ ਲਈ, ਕਿਉਂਕਿ ਕਿਸੇ ਨੂੰ ਵੀ ਬੇਰਹਿਮੀ ਦੇ ਨਾਲ ਇਸ ਤਰੀਕੇ ਨਾਲ ਕਤਲ ਕੀਤਾ ਜਾਵੇ, ਪੰਜਾਬੀ ਪਸੰਦ ਨਹੀਂ ਕਰਦੇ ਇਸ ਗੱਲ ਨੂੰ ਔਰ ਬਰਦਾਸ਼ਤ ਵੀ ਨਹੀਂ ਕਰਦੇ। ਇਸ ਕਰਕੇ ਸੋਗ ਹੈ ਔਰ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਬਹੁਤ ਸਾਰੇ ਲੋਕਾਂ ਦੇ ਵਿੱਚ ਗੁੱਸਾ ਵੀ ਇਸ ਕਰਕੇ ਪੈਦਾ ਹੋਇਆ। ਔਰ ਮੈਂ ਇੱਕ ਚੀਜ਼ ਹੋਰ ਦੱਸਦਾ ਜੀ ਕਿ ਭਗਵੰਤ ਮਾਨ ਦੀ ਸਰਕਾਰ ਦੀਆਂ ਪੂਰੀਆਂ ਕੋਸ਼ਿਸ਼ਾਂ ਹੋਣਗੀਆਂ ਕਿ ਅਸੀਂ ਜਲਦ ਤੋਂ ਜਲਦ ਇਸ ਕੇਸ ਨੂੰ ਹੱਲ ਕਰ ਦਈਏ। ਜਿਵੇਂ ਦੱਸਿਆ ਪ੍ਰਤਾਪ ਬਾਜਵਾ ਉਹਨਾਂ ਨੇ ਕਿ NIA ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ, ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਨਾਲ ਮਿਲ ਕੇ ਐਕਸਟ੍ਰਾਡੀਸ਼ਨ ਦਾ ਪ੍ਰੋਸੈਸ ਸ਼ੁਰੂ ਕਰੇਗੀ। ਕੋਸ਼ਿਸ਼ ਇਹ ਹੋਣੀ ਹੈ ਕਿ ਜਲਦ ਤੋਂ ਜਲਦ ਹੁਣ ਗੋਲਡੀ ਬਰਾੜ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣ। ਇਹ ਕੋਸ਼ਿਸ਼ ਕੀਤੀ ਜਾਣੀ ਹੈ ਹੁਣ ਪੰਜਾਬ ਦੀ ਸਰਕਾਰ ਵੱਲੋਂ। ਔਰ ਬਿਆਨ ਤਿਆਰ ਹੈ, ਜਿਹੜੇ ਲਾਰੈਂਸ ਬਿਸ਼ਨੋਈ ਹੈ ਉਹਨਾਂ ਦੇ ਵकील ਦਾ ਬਿਆਨ भी तैयार है, वो भी ਅਸੀਂ ਇੱਕ ਵਾਰੀ जरूर सुन लिए। देखिए, कल हमने दिल्ली हाई कोर्ट के अंदर में लॉरेंस बिश्नोई के लिए उसके प्रोटेक्शन मांगते हुए पंजाब पुलिस से एक रिट पिटीशन फाइल की थी, जिसके अंदर हमने ये मांगा था हाई कोर्ट के सामने से कि वो एक डायरेक्शन पास करें कि जब भी पंजाब पुलिस जो भी है किसी भी वारंट पे, प्रोटेक्शन वारंट पे या ट्रांजिट रिमांड पे लेनी आती है तो दिल्ली पुलिस ही उसकी सुरक्षा को जो है चाको चौबंद को पाबंदी की लगाएगी उसके ऊपर। लेकिन जब कल हमने इसको हमने पिटीशन को फाइल किया हाई कोर्ट के अंदर और कल ही हमने लंच में मेंशनिंग की तो दिल्ली पुलिस को पता लग गया और दिल्ली पुलिस ने आनंद फानंद के अंदर स्पेशल सेल ने किसी पुराने आर्म्स एक्ट के केस में जिसमें कि फॉरेन अरेस्टिंग ही काम चल सकता था,
कि हमें सोर्सेज पता करने हैं, ये मुद्दा बनाते हुए सीएमएम पटियाला हाउस कोर्ट से वहाँ से उन्होंने कल 5 दिन का इसका पीसी रिमांड ले लिया प्रोडक्शन लगा के। तो जब आज हम जाचिका में पहुँचने वाले थे तो हमें पता लगा कि जब पीसी रिमांड लिया जा चुका है, अगर हम यहाँ पे कहते हैं कि उसको यहाँ पे सेफ्टी दे दिल्ली पुलिस, तो वो कहेंगे ऑलरेडी वो प्रोडक्शन वारंट पे है। एक तो वो ऑलरेडी प्रोडक्शन वारंट पे चला गया, दूसरी बात पंजाब से अभी प्रोडक्शन वारंट नहीं आया, तो इसलिए हमने इसको विड्रॉ करना सही समझा। हमने इसको विड्रॉ किया विद लिबर्टी टू फाइल ए फ्रेश एप्लीकेशन बिफोर पंजाब एंड हरियाणा चंडीगढ़ हाई कोर्ट। इसलिए हमने इसको विड्रॉ किया कि हम वहाँ पे इसको फाइल करेंगे, ठीक है। और ये जब प्रोडक्शन वारंट यहाँ पे खत्म होगा तो हम इसको दोबारा वहाँ पे रिव्यू करेंगे। ਜੀ ਦੇਖੋ ਹੁਣ ਹੋਣਾ ਕੀ ਹੈ, ਹੁਣ ਜਦੋਂ ਪ੍ਰੋਡਕਸ਼ਨ ਵਾਰੰਟ ਖਤਮ ਹੋ ਜਾਣਾ ਦਿੱਲੀ ਦੇ ਵਿੱਚ, ਪੰਜਾਬ ਦੀ ਪੁਲਿਸ ਦੀ, ਮਾਨਸਾ ਦੀ ਪੁਲਿਸ ਦੀ ਇਹ ਕੋਸ਼ਿਸ਼ ਹੋਣੀ ਹੈ ਕਿ ਅਸੀਂ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈਏ ਔਰ ਉਹਦੇ ਤੋਂ ਪੁੱਛਗਿੱਛ ਕਰੀਏ। ਇਨ ਦਾ ਮੇਨ ਟਾਈਮ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਵਕੀਲ ਦੱਸ ਰਹੇ ਨੇ, ਮੈਨੂੰ ਇਹ ਲੱਗਦਾ ਹੈ ਕਿ ਪ੍ਰੋਡਕਸ਼ਨ ਵਾਰੰਟ ਖਤਮ ਹੋਣ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦੇਣਗੇ ਲਾਰੈਂਸ ਬਿਸ਼ਨੋਈ ਦੇ ਵਕੀਲ ਔਰ ਉਹਦੀ ਸੁਰੱਖਿਆ ਦੀ ਮੰਗ ਕਰਨਗੇ। ਉਹ ਖਤਰਾ ਕਿਤੇ ਨਾ ਕਿਤੇ ਲਾਰੈਂਸ ਬਿਸ਼ਨੋਈ ਦੇ ਧੜੇ ਵੱਲੋਂ ਪ੍ਰਗਟ ਕੀਤਾ ਜਾ ਰਿਹਾ ਹੈ। ਆਮ ਤੌਰ ਤੇ ਜਿਹੜੇ ਇਸ ਤਰੀਕੇ ਦੇ ਜਿਹੜੇ ਲੋਕ ਕੁਐਸਚਨਸ ਨੇ, ਜਿਵੇਂ ਲਾਰੈਂਸ ਬਿਸ਼ਨੋਈ ਸਵਾਲਾਂ 'ਚ ਹੈ, ਉਹਨੂੰ ਖਤਰਾ ਹੈ ਵੀ ਕਿਤੇ ਨਾ ਕਿਤੇ ਕੋਈ ਐਨਕਾਊਂਟਰ ਨਾ ਹੋਵੇ। ਇਸ ਤਰੀਕੇ ਦਾ ਖਤਰਾ ਉਹਨੇ ਮਨ ਦੇ ਵਿੱਚ ਧਾਰਿਆ ਹੋਇਆ। ਹਰਜੋਤ ਜੀ। ਜੀ ਬਿਲਕੁਲ। ਸੋ ਜਿੱਥੇ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਜੋ ਕਤਲकांड ਹੈ, ਇਸ ਤਰੀਕੇ ਨਾਲ ਬੇਰਹਿਮੀ ਨਾਲ ਗੋਲੀਆਂ ਤਾਬੜਤੋੜ ਚਲਾਈਆਂ ਗਈਆਂ, ਸਿੱਧੂ ਮੂਸੇਵਾਲਾ ਦਾ ਇੰਨੀ ਛੋਟੀ ਉਮਰ 'ਚ ਕਤਲ ਕਰ ਦਿੱਤਾ ਗਿਆ, ਉਹੀ ਮਾਮਲਾ ਹਲੇ ਸੁਰਖੀਆਂ ਵਿੱਚ ਹੈ। ਸੋ ਇੱਕ ਹੋਰ ਲਾਅ ਐਂਡ ਆਰਡਰ ਦੇ ਉੱਪਰ ਸਵਾਲ ਕਰਦਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਆ ਗਿਆ, ਜਿੱਥੇ ਖਾਲਸਾ ਕਾਲਜ ਦੇ ਬਾਹਰ ਗੋਲੀਆਂ ਚੱਲੀਆਂ। ਪੂਰਾ ਮਾਮਲਾ ਕੀ ਹੈ ਡੱਲਾ ਜੀ, ਉਹ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ। ਦੇਖੋ, ਕੱਲ ਇਹ ਜਦੋਂ ਗੋਲੀ ਚੱਲਣ ਦੀ ਗੱਲ ਆਈ ਖਾਲਸਾ ਕਾਲਜ ਦੇ ਬਾਹਰ ਅੰਮ੍ਰਿਤਸਰ ਦੇ, ਤੇ ਵਿਰੋਧੀਆਂ ਨੇ ਇਹਨੂੰ ਵੀ ਮੁੱਦਾ ਬਣਾ ਲਿਆ। ਪ੍ਰਗਟ ਸਿੰਘ ਨੇ ਟਵੀਟ ਕੀਤਾ ਇਸ ਮਾਮਲੇ ਤੇ, ਭਗਵੰਤ ਮਾਨ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਔਰ ਸਾਨੂੰ ਪਤਾ ਹੈ ਤੇਜਿੰਦਰਪਾਲ ਬੱਗਾ ਦਿੱਲੀ ਵਾਲੇ, ਜਿਨ੍ਹਾਂ ਦੇ ਉੱਤੇ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਬਾਰੇ, ਜਿਨ੍ਹਾਂ ਨੇ ਟਿੱਪਣੀਆਂ ਕੀਤੀਆਂ ਸੀ, ਤੇਜਿੰਦਰਪਾਲ ਬੱਗਾ ਨੇ ਵੀ ਦਿੱਲੀੋਂ ਟਵੀਟ ਕਰਤਾ ਔਰ ਪੰਜਾਬ ਦੀ ਲਾਅ ਐਂਡ ਆਰਡਰ ਦੇ ਉੱਤੇ ਸਵਾਲ ਖੜਾ ਕਰਤਾ। ਔਰ ਦੇਖਦੇ ਹੀ ਦੇਖਦੇ ਇਹ ਮੁੱਦਾ ਕੱਲ ਵੱਡਾ ਬਣ ਗਿਆ ਪੰਜਾਬ ਦੇ ਵਿੱਚ, ਜਦੋਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਇਹ ਬੜੀ ਇੱਕ ਦੁੱਖ ਵਾਲੀ ਗੱਲ ਵੀ ਜੁੜੀ ਹੈ ਕਿ ਇਸ ਜਿਹੜਾ ਇਹ ਗੋਲੀकांड ਹੋਇਆ, ਇਹਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਉਹ ਜ਼ਖਮੀ ਹੈ, ਪਰ ਉਹਨਾਂ ਨੇ ਇਹ ਸਾਫ਼ ਕੀਤਾ ਕਿ ਇਹ ਘਟਨਾ ਗੈਂਗਸਟਰਾਂ ਨਾਲ ਜੁੜੀ ਹੋਈ ਘਟਨਾ ਨਹੀਂ ਹੈ, ਇਹ ਕੋਈ ਗੈਂਗਸਟਰਵਾਦ ਦੀ ਘਟਨਾ ਨਹੀਂ ਹੈ। ਇਹ ਨੌਜਵਾਨਾਂ ਦੇ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਹੈ। ਕਿਸੇ ਮਾਮਲੇ ਤੇ ਮੈਂ ਉਹ ਮਾਮਲਾ ਉਜਾਗਰ ਨਹੀਂ ਕਰੂੰਗਾ, ਕਿਸੇ ਮਾਮਲੇ ਨੂੰ ਲੈ ਕੇ ਇਹ ਘਟਨਾ ਸੀ। ਨੌਜਵਾਨਾਂ ਦੇ ਵਿੱਚ ਇਹ ਆਪਸੀ ਰੰਜਿਸ਼ ਦੀ ਘਟਨਾ ਉਹਨਾਂ ਨੇ ਇਕਰਾਰ ਦਿੱਤਾ ਹੈ, ਨਿੱਜੀ ਰੰਜਿਸ਼ ਦੀ ਘਟਨਾ। ਔਰ ਇੱਕ ਵਾਰੀ ਗੱਲ ਵੀ ਸੁਣ ਲੈਂਦੇ ਹਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਜਿਹੜੇ ਅਰੁਣਪਾਲ ਸਿੰਘ ਜੀ, ਉਹਨਾਂ ਦੀ ਪੂਰੀ ਗੱਲ ਸੁਣ ਲੈਂਦੇ ਹਾਂ, ਪੱਤਰਕਾਰਾਂ ਨੂੰ ਉਹਨਾਂ ਨੇ ਕੀ ਕਿਹਾ। ਜੀ, ਸਟੂਡੈਂਟਸ ਦਾ ਝਗੜਾ ਹੋਇਆ ਆਪਸ ਦੇ ਵਿੱਚ, ਤੇ ਉਸ ਦੇ ਵਿੱਚ ਅਨਫੋਰਚੂਨੇਟਲੀ ਇੱਕ ਲੜਕੇ ਦੀ ਡੈਥ ਹੋ ਗਈ, ਲਵਦੀਪ ਸਿੰਘ ਜੀ, ਤੇ ਦੂਸਰੇ ਗੁਰਸਿਮਰਨ ਜਿਹੜੇ ਹਨ ਉਹ ਇੰਜਰ ਹੋ ਗਏ। ਤੇ ਉਸ ਦੇ ਬਾਰੇ ਪੁਲਿਸ ਨੇ FIR ਦਰਜ ਕਰ ਲਈ ਹੈ ਤੇ ਉਸ ਰੈਲੇਵੈਂਟ ਸੈਕਸ਼ਨਸ ਆਫ ਲਾਅ ਦੇ ਵਿੱਚ ਪੁਲਿਸ ਸਟੇਸ਼ਨ ਕੈਂਟ ਅੰਮ੍ਰਿਤਸਰ ਦੇ ਵਿੱਚ ਸਾਡੇ DCP ਡਿਟੈਕਟਿਵ ਨਾਲ ਉਹਨਾਂ ਦੀ ਟੀਮ, ADCP ਸਿਟੀ, ਇੰਸਪੈਕਟਰ CIA, SHO ਕੈਂਟ, ਇਹ ਸਾਰੇ ਇਨਵੈਸਟੀਗੇਸ਼ਨ ਤੇ ਲੱਗੇ ਹੋਏ ਹਨ। ਇਨਵੈਸਟੀਗੇਸ਼ਨ ਦੌਰਾਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਅਕਿਊਜ਼ਡ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕਰੀਏ। ਹਾਂ, ਮੈਂ ਇਹ ਦੱਸ ਦਿੰਦਾ ਕਿ ਇਹ ਪਰਸਨਲ ਐਨਮਿਟੀ ਦਾ ਮੈਟਰ ਹੈ, ਜਾਤੀ ਰੰਜਿਸ਼ ਦਾ, ਸਟੂਡੈਂਟ ਲਾਈਫ 'ਚ ਹੋ ਜਾਂਦਾ ਹੈ। ਇਸ ਦਾ ਜੋ ਘੱਲੂਘਾਰਾ ਦੇ ਅਰੇਂਜਮੈਂਟਸ ਚੱਲ ਰਹੇ ਹੈ, ਸਿਕਿਉਰਿਟੀ ਅਰੇਂਜਮੈਂਟਸ, ਉਹਨਾਂ ਨਾਲ ਬਿਲਕੁਲ ਹੀ ਕੁਝ ਨਹੀਂ ਲੈਣਾ ਦੇਣਾ, ਨਾ ਹੀ ਇਹ ਗੈਂਗਸਟਰਸ ਨਾਲ ਲੈਣਾ ਦੇਣਾ। ਪਿਓਰਲੀ ਜਾਤੀ ਰੰਜਿਸ਼ ਦਾ ਮਾਮਲਾ ਹੈ, ਉਹ ਵੀ ਸਟੂਡੈਂਟ ਲਾਈਫ ਜੀ। ਸੋ ਸਟੂਡੈਂਟ ਲਾਈਫ 'ਚ ਨਿੱਜੀ ਰੰਜਿਸ਼ ਦਾ ਮਾਮਲਾ ਉਹਨਾਂ ਨੇ ਦੱਸਿਆ। ਉਹਨਾਂ ਨੇ ਨਾਮ ਲਵਦੀਪ ਦੱਸਿਆ, ਜਿਹੜੇ ਪੁਲਿਸ ਕਮਿਸ਼ਨਰ ਹੈ ਅੰਮ੍ਰਿਤਸਰ ਦੇ। ਉਹ ਕਹਿੰਦੇ ਇੱਕ ਨੌਜਵਾਨ ਲਵਦੀਪ ਸਿੰਘ ਹੈ, ਉਹ ਦੁਨੀਆ ਤੋਂ ਚਲਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ। ਹਾਲਾਂਕਿ ਹਰਜੋਤ ਜੀ, ਕੱਲ ਇਸ ਮਾਮਲੇ ਦੇ ਵਿੱਚ ਵੀ ਭਗਵੰਤ ਮਾਨ ਉਹਨਾਂ ਨੂੰ ਘੇਰਿਆ ਗਿਆ। ਦੇਖੋ, ਮੈਂ ਉਹੀ ਕਹਿ ਰਿਹਾ ਸੀ ਕਿ ਵਿਰੋਧੀਆਂ ਕੋਲੇ ਮੁੱਦਾ ਜਿਹੜਾ ਹੈਗਾ ਲਾਅ ਐਂਡ ਆਰਡਰ ਦਾ ਇੱਕ ਵੱਡਾ ਹੈ 23 ਜੂਨ ਦੀਆਂ ਚੋਣਾਂ ਤੋਂ ਪਹਿਲਾਂ। ਔਰ ਇਹ ਪੂਰੀਆਂ ਜਿਹੜੇ ਇਹ ਮਾਮਲੇ ਨੇ, ਵਿਰੋਧੀ ਧਿਰਾਂ ਇਹਨੂੰ ਮੁੱਦਾ ਬਣਾ ਕੇ ਸੰਗਰੂਰ ਦੀ ਚੋਣ ਚ ਉਤਰਨਗੀਆਂ। ਹਾਲਾਂਕਿ 23 ਜੂਨ ਨੂੰ ਵੋਟਾਂ ਨੇ ਔਰ 6 ਜੂਨ ਤੱਕ ਨਾਮਜ਼ਦਗੀਆਂ ਦਾਖਲ ਹੋਣੀਆਂ ਨੇ। ਅੱਜ 2 ਜੂਨ ਆ ਗਈ, 4 ਦਿਨ ਰਹਿ ਗਏ। ਹਜੇ ਤੱਕ ਕਿਸੇ ਵੀ ਪਾਰਟੀ ਨੇ
ਅਕਾਲੀ ਦਲ ਅੰਮ੍ਰਿਤਸਰ ਤੋਂ ਬਿਨਾਂ, ਕਿਉਂਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਐਲਾਨ ਕੀਤਾ ਕਿ ਉਹ ਚੋਣ ਲੜਨਗੇ। ਹੋਰ ਕਿਸੇ ਵੀ ਪਾਰਟੀ ਨੇ ਹਜੇ ਤੱਕ, ਕੌਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਨਾ ਬੀਜੇਪੀ ਨੇ ਦੱਸਿਆ ਵੀ ਕੀ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਢੀਂਡਸਾ ਸਾਹਿਬ ਦੇ ਨਾਲ ਮਿਲ ਕੇ ਚੋਣ ਲੜਨਗੇ ਜਾਂ ਉਹ ਇਕੱਲੇ ਆਪਣਾ ਉਮੀਦਵਾਰ ਐਲਾਨਣਗੇ। ਇਹ ਬੜੀ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ ਬੀਜੇਪੀ ਦੇ ਵਿੱਚ। ਔਰ ਇਸੇ ਤਰ੍ਹਾਂ ਕਾਂਗਰਸ ਨੂੰ ਇਹ ਨਹੀਂ ਹਜੇ ਤੈਅ ਹੋ ਰਿਹਾ ਕਿ ਅਸੀਂ ਕਿਸ ਨੂੰ ਮੈਦਾਨ ਦੇ ਵਿੱਚ ਉਤਾਰੀਏ। ਕੀ ਅਸੀਂ ਕੋਈ ਦਲਬੀਰ ਗੋਲਡੀ ਜਾਂ ਉਹਨਾਂ ਦੀ ਧਰਮ ਪਤਨੀ ਜਾਂ ਵਿਜੇਂਦਰ ਸਿੰਗਲਾ, ਅਸੀਂ ਉਹਨਾਂ ਨੂੰ ਮੈਦਾਨ 'ਚ ਉਤਾਰੀਏ ਜਾਂ ਅਸੀਂ ਕੋਈ ਨਵਾਂ ਚਿਹਰਾ ਲੈ ਕੇ ਆਈਏ। ਕਾਂਗਰਸ ਇਸ ਗੱਲ ਦਾ ਵੀ ਇੰਤਜ਼ਾਰ ਕਰ ਰਹੀ ਹੋਣੀ ਹੈ ਹਰਜੋਤ ਜੀ ਕਿ ਆਮ ਆਦਮੀ ਪਾਰਟੀ ਕਿਸ ਨੂੰ ਪਹਿਲਾਂ ਐਲਾਨ ਕਰਦੀ ਹੈ। ਹੁਣ ਸਵਾਲ ਇਹ ਵੀ ਬਹੁਤ ਵੱਡਾ ਹੈ ਵੀ ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਉਹਨਾਂ ਦੇ ਜਿਹੜੇ ਭੈਣ ਨੇ, ਕੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਦੀ ਹੈ? ਅਗਰ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਤੇ ਫਿਰ ਇੱਕ ਤਾਂ ਲਾਅ ਐਂਡ ਆਰਡਰ ਦੇ ਮੁੱਦੇ ਤੇ ਵਿਰੋਧੀ ਹਮਲਾ ਕਰਨਗੇ ਆਮ ਆਦਮੀ ਪਾਰਟੀ ਤੇ, ਦੂਸਰਾ ਪਰਿਵਾਰਵਾਦ ਦੇ ਮੁੱਦੇ ਤੇ ਵਿਰੋਧੀ ਹਮਲੇ ਕਰਨਗੇ। ਸੋ ਜਿਹੜੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਹੈ ਲੋਕ ਸਭਾ ਦੀ, ਉਹਦਾ ਮੁਕਾਬਲਾ ਖੁੱਲ ਗਿਆ। ਉਹ ਹੁਣ ਇੱਕ ਪਾਸੜ ਚੋਣ ਹੋਏਗੀ, ਉਹ ਚੋਣ ਮੁਕਾਬਲੇ ਦੀ ਹੋਏਗੀ। ਮੈਨੂੰ ਲੱਗਦਾ ਕੰਡੇਦਾਰ ਟੱਕਰ ਉੱਥੇ ਹੋਏਗੀ ਔਰ ਇਹ ਵਕਤ ਦੱਸੂਗਾ ਕਿ ਉੱਥੇ ਉਮੀਦਵਾਰ ਕਿਹੜੇ ਕਿਹੜੇ ਆਉਂਦੇ ਨੇ ਔਰ ਉੱਥੋਂ ਕਿਹੜੀ ਕਿਹੜੀ ਪਾਰਟੀ ਆ ਜਿਹੜੀ ਉਹ ਜਿੱਤੇਗੀ। ਜੀ ਬਿਲਕੁਲ, ਤੁਸੀਂ ਸਹੀ ਕਿਹਾ ਕਿ ਜੋ ਕੁਝ ਦਿਨਾਂ ਪਹਿਲਾਂ ਤੱਕ ਤਸਵੀਰ ਇੱਕ ਪਾਸੇ ਦੀ ਲੱਗ ਰਹੀ ਸੀ, ਸੋ ਹੁਣ ਵਾਕਈ ਮੁਕਾਬਲਾ ਜੋ ਇੱਥੇ ਇਸ ਸੀਟ ਦੇ ਉੱਪਰ ਕਾਫੀ ਦੇਖਣ ਵਾਲਾ ਬਣ ਗਿਆ, ਕਿਉਂਕਿ ਸਵਾਲ ਪੰਜਾਬ ਸਰਕਾਰ ਦੇ ਉੱਪਰ ਬਹੁਤ ਖੜੇ ਹੋ ਚੁੱਕੇ ਨੇ। ਕਿਵੇਂ ਇਹਨਾਂ ਚੀਜ਼ਾਂ ਚੋਂ ਨਜਿੱਠਦੇ ਹੋਏ ਕਿਹੜੇ ਕੈਂਡੀਡੇਟ ਨੂੰ ਇੱਥੋਂ ਐਲਾਨਦੇ ਨੇ, ਵਾਕਈ ਕਾਫੀ ਵੱਡਾ ਸਵਾਲ ਹੈ। ਪਰ ਅੱਗੋਂ ਅਸੀਂ ਗੱਲ ਕਰੀਏ, ਇਸ ਨੂੰ ਅਸੀਂ ਇਤਫਾਕ ਕਹੀਏ ਕਿ ਇੱਕ ਦੇ ਬਾਅਦ ਇੱਕ ਅਜਿਹੀਆਂ ਘਟਨਾਵਾਂ ਬਣਦੀਆਂ ਨੇ ਕਿ ਸਵਾਲ ਖੁਦ ਬ ਖੁਦ ਪੰਜਾਬ ਸਰਕਾਰ ਦੇ ਉੱਪਰ ਖੜੇ ਹੋ ਜਾਂਦੇ ਨੇ। ਪਹਿਲਾਂ ਆਪਾਂ ਸਿੱਧੂ ਮੂਸੇਵਾਲਾ ਦੀ ਗੱਲ ਕਰ ਰਹੇ ਸੀ, ਅੰਮ੍ਰਿਤਸਰ ਖਾਲਸਾ ਕਾਲਜ ਦੇ ਬਾਹਰ ਗੋਲੀ ਚੱਲੀ, ਚਲੋ ਇੱਕ ਨਿੱਜੀ ਮਾਮਲਾ ਦੱਸਿਆ ਗਿਆ। ਪਰ ਹੁਣ ਜੋ ਅਸੀਂ ਮੈਂ ਗੱਲ ਖਬਰ ਦੇ ਉੱਪਰ ਚਰਚਾ ਕਰਨਾ ਚਾਹ ਰਹੀ ਹਾਂ, ਲਾਡੋਵਾਲ ਬੱਸ ਮਾਮਲਾ, ਜੋ ਕਿ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਵੀ ਅਸੀਂ ਕਹਿ ਸਕਦੇ ਹਾਂ। ਤੇ ਅਜਿਹੀਆਂ ਖਬਰਾਂ ਜਦ ਆਉਂਦੀਆਂ ਤਾਂ ਸਵਾਲ ਮੱਲੋ ਮੱਲੀ ਸਰਕਾਰ ਦੇ ਉੱਪਰ ਬਣੀ ਜਾਂਦੇ ਨੇ। ਸੋ ਪਹਿਲਾਂ ਤਾਂ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਤੋਂ ਚਾਹਾਂਗੇ। ਦੇਖੋ ਇਹ ਵੀ ਮਾਮਲਾ ਜਿਹੜਾ ਕੱਲ ਮੀਡੀਆ ਦੇ ਵਿੱਚ ਬਹੁਤ ਸੁਰਖੀਆਂ 'ਚ ਰਿਹਾ, ਟੈਲੀਵਿਜ਼ਨ ਚੈਨਲਾਂ ਤੇ, ਕਿ ਟੋਲ ਪਲਾਜ਼ਾ ਦੇ ਉੱਤੇ ਬੱਸ ਦੇ ਵਿੱਚ ਬੱਸ ਨੂੰ ਰੋਕ ਲਿਆ ਗਿਆ ਔਰ ਹਥਿਆਰਾਂ ਦੇ ਦਮ ਤੇ ਸੋ ਲੁੱਟ ਦੀ ਕੋਸ਼ਿਸ਼ ਉੱਥੇ ਕੀਤੀ ਗਈ। ਪਰ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦਾ ਬਿਆਨ ਇਹਦੇ ਤੇ ਆਇਆ। ਦੇਖੋ ਜਦੋਂ ਰਿਸਪੌਂਸਿਬਲ ਆਫਿਸਰ ਆਪਣਾ ਕੋਈ ਵਿਊ ਪੁਆਇੰਟ ਦਿੰਦੇ ਨੇ ਜਾਂ ਐਕੂਰੇਟ ਇਨਫੋਰਮੇਸ਼ਨ ਦਿੰਦੇ ਨੇ, ਉਹਨੂੰ ਵੀ ਸੁਣਨਾ ਤੇ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਔਰ ਇਹ ਸਾਫ਼ ਹੋਇਆ, ਉਹਨਾਂ ਨੇ ਸਾਫ਼ ਕੀਤਾ ਕਿ ਇਹ ਲੁੱਟ ਦੀ ਵਾਰਦਾਤ ਨਹੀਂ ਸੀ। ਜਿਹੜੇ ਲੋਕ ਉੱਥੇ ਆਏ ਸੀ ਉਹਨਾਂ ਦੀ ਉਸ ਬੱਸ ਦੇ ਕੰਡਕਟਰ ਦੇ ਨਾਲ ਕਹਾ ਸੁਣੀ ਹੋਈ ਹੈ, ਧੱਕਾ ਮੁੱਕੀ ਵੀ ਹੋਈ ਹੋਣੀ ਹੈ। ਤੇ ਇਹ ਵੀ ਮਾਮਲਾ ਕਿਤੇ ਨਾ ਕਿਤੇ ਲੁੱਟ ਦਾ ਨਹੀਂ ਹੈ। ਇਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਿਹੜੇ, ਇਹ ਉਹਨਾਂ ਨੇ ਸਾਫ਼ ਕੀਤਾ। ਸੋ ਇੱਥੇ ਇਹ ਵੀ ਬੜਾ ਜ਼ਰੂਰੀ ਹੋ ਜਾਂਦਾ ਕਿ ਅਸੀਂ ਉਹਨਾਂ ਦਾ ਪੱਖ ਵੀ ਦਿਖਾਈਏ, ਉਹਨਾਂ ਦੀ ਗੱਲ ਵੀ ਇੱਕ ਵਾਰੀ ਸੁਣਾਈਏ। ਮੇਰੇ ਇੱਕ PRTC ਦੀ ਬੱਸ ਜਦੋਂ ਟੋਲ ਪਲਾਜ਼ਾ ਲਾਡੋਵਾਲ ਤੋਂ ਅੱਗੇ ਥੋੜੀ ਲੰਘੀ ਹੈ, ਉਹਦੇ ਵਿੱਚ ਮੋਟਰਸਾਈਕਲ ਤੇ ਸਵਾਰ ਸੀ ਦੋ ਨੌਜਵਾਨ, ਕਰੀਬ 25 ਸਾਲ ਉਮਰ ਸੀ ਉਹਨਾਂ ਦੀ, ਤੇ ਇੱਕ ਨੌਜਵਾਨ ਜਿਹੜਾ ਸੀ ਐਕਟਿਵਾ ਤੇ ਸੀ, ਜਿਹੜੀ ਕਰੀਬ 22 ਸਾਲ ਉਮਰ ਲੱਗਦੀ, 20-22 ਸਾਲ। ਇਹ ਸਾਰੇ ਆ ਗਏ ਔਰ ਜੋ ਇਨਸੀਡੈਂਟ ਉੱਥੇ ਹੋਇਆ ਹੈ ਉਹਦੇ ਮੁਤਾਬਿਕ ਜਿਹੜਾ ਪੁਲਿਸ ਵੱਲੋਂ ਬਾਰ-ਬਾਰ ਵੈਰੀਫਾਈ ਕੀਤਾ ਹੈ ਔਰ ਅਸੀਂ CCTV ਫੁਟੇਜ ਦੇ ਨਾਲ ਵੀ ਉਸ ਨੂੰ ਕੋਰਿਲੇਟ ਕਰਕੇ ਔਰ ਸਾਰਾ ਕੁਝ ਚੈੱਕ ਕੀਤਾ ਹੈ। ਉਸ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਉਹ ਲੜਕੇ ਜਦੋਂ ਆਏ ਉਹਨਾਂ ਵੱਲੋਂ ਕੁਝ ਗਾਲੀ ਗਲੌਚ ਕੀਤੀ ਗਈ, ਬੱਸ ਨੂੰ ਰੋਕਿਆ ਗਿਆ ਔਰ ਜਦੋਂ ਦੋਨੋਂ ਤਰਫ ਸੇ ਕੁਝ ਗਾਲੀ ਗਲੌਚ ਸ਼ੁਰੂ ਹੋਈ, ਉਹਦੇ ਬਾਅਦ ਇਹ ਲੜਕਿਆਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਡਰਾਈਵਰ ਕੰਡਕਟਰ ਹੈ, ਉਸ ਦੌਰਾਨ 1-1.5 ਮਿੰਟ ਦੀ ਕਰੀਬ ਜਿਹੜੀ ਹੈ ਇਹਨਾਂ ਦੀ ਗਾਲੀ ਗਲੌਚ 'ਤੇ ਕੁਝ ਹੱਥੋਂ ਪਾਈ ਜਾਂ ਖਿੱਚਤੂ ਹੋਈ ਹੈ। ਨਹੀਂ, ਕਿਸੇ ਕਿਸਮ ਦੀ ਕੋਈ ਲੁੱਟ ਹੋਈ ਨਹੀਂ ਹੈ ਜੀ। ਇਹ ਆਪਸ ਵਿੱਚ ਜਿੱਦਾਂ ਹੁੰਦਾ ਹੈ ਕੋਈ ਛੋਟਾ ਮੋਟਾ ਝਗੜਾ ਜਿਹੜਾ ਹੈ, ਕੋਈ ਰੋਡ ਰੇਜ ਵੀ ਹੋ ਸਕਦੀ ਹੈ, ਕੋਈ ਗੱਡੀ ਦੇ ਪਿੱਛੇ ਜਿਹੜਾ ਹੈ ਆਪਸ ਵਿੱਚ ਉਹਨਾਂ ਨੂੰ ਕੋਈ ਗਲਤ ਫਹਿਮੀ ਹੋਈ ਹੋ ਸਕਦੀ ਹੈ। ਇਸ ਤਰੀਕੇ ਦੀ ਘਟਨਾ ਹੈ ਜਿਹੜੇ ਕਰਕੇ ਉੱਥੇ ਪਹਿਲੇ ਜਿੱਦਾਂ ਮੈਂ ਕਿਹਾ ਕਿ ਗਾਲਾਂ ਕੱਢੀ ਗਈ। ਗਾਲਾਂ ਕੱਢਣ ਦੇ ਬਾਅਦ ਇਹਨਾਂ ਨੇ ਅੰਦਰ ਜਾ ਕਰਕੇ ਉਹ ਕੰਡਕਟਰ ਨੂੰ ਨੀਚੇ ਘੜੀਸਣੇ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੇ ਬਾਅਦ ਜਿਹੜਾ ਹੈ ਉਹ ਜਦੋਂ ਉਹ ਬੱਸ ਚਲਾ ਕਰਕੇ ਲੈ ਗਿਆ ਥੋੜ੍ਹੀ ਦੂਰ ਅੱਗੇ ਟਰੱਕ ਡਰਾਈਵਰ, ਇਸ ਤੋਂ ਇਲਾਵਾ ਕੋਈ ਘਟਨਾ ਇਹੋ ਜਿਹੀ ਨਹੀਂ ਹੋਈ ਹੈ। ਨਾ ਹੀ ਅਸੀਂ ਪੈਸੇਂਜਰਸ ਤੋਂ ਵੀ ਵੈਰੀਫਾਈ ਕੀਤਾ ਹੈ ਕਿ ਨਾ ਹੀ ਕੋਈ ਉੱਥੇ ਹਥਿਆਰ ਦਿਖਾਇਆ ਗਿਆ ਹੈ, ਨਾ ਹੀ ਜਿਹੜਾ ਹੈ ਕੋਈ ਪੈਸੇ ਦੀ ਲੁੱਟ ਹੋਈ ਹੈ। ਦੇਖੋ ਹੁਣ ਉਹਨਾਂ ਨੇ ਇਹ ਵੀ ਸਾਫ਼ ਕਰਤਾ ਹਰਜੋਤ ਜੀ ਕਿ ਹਥਿਆਰ ਵੀ ਨਹੀਂ ਦਿਖਾਇਆ ਗਿਆ। ਸੋ ਜਿਵੇਂ ਇਹ ਖਬਰਾਂ ਆ ਰਹੀਆਂ ਸੀ, ਸੋ ਦੇਖੋ ਪੈਸੇਂਜਰਸ ਤੋਂ ਵੈਰੀਫਾਈ ਕੀਤਾ ਕਿਉਂਕਿ ਬੱਸ ਨੰਬਰ ਪੁਲਿਸ ਕੋਲੇ ਹੋਣਾ, ਪੂਰੀ ਡਿਟੇਲ ਪੁਲਿਸ ਕੋਲੇ ਹੋਣਾ ਔਰ ਜਿਹੜੇ ਵੀ ਰੋਡਵੇਜ਼ ਦੀ ਬੱਸ ਸੀ ਜਾਂ ਪ੍ਰਾਈਵੇਟ ਬੱਸ ਸੀ ਜਦੋਂ ਡਿਪੂ ਤੇ ਗਈ ਹੋਣੀ ਹੈ
ਤੇ ਪੁਲਿਸ ਕੰਸਰਨਡ SHO ਜਾਂ ਥਾਣੇ ਵਾਲੇ ਨੇ ਉਹਨਾਂ ਨੇ ਸਵਾਰੀਆਂ ਤੋਂ ਵੀ ਜਾ ਕੇ ਜ਼ਰੂਰ ਪੁੱਛਿਆ ਹੋਣਾ ਕਿ ਪੂਰਾ ਮਾਮਲਾ ਕੀ ਸੀ। ਸੋ ਦੇਖੋ ਕਿਉਂਕਿ ਲਾ ਐਂਡ ਆਰਡਰ ਦਾ ਮਸਲਾ, ਇਸ ਕਰਕੇ ਕਲੀਅਰ ਪਿਕਚਰ ਸਾਹਮਣੇ ਆਉਣੀ ਬੜੀ ਜ਼ਰੂਰੀ ਹੈ। ਸੋ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਐਕੂਰੇਟ ਪਿਕਚਰ ਜ਼ਰੂਰ ਸਾਹਮਣੇ ਆਵੇ। ਸੋ ਜਿਹੜੇ ਪੁਲਿਸ ਕਮਿਸ਼ਨਰ ਨੇ ਲੁਧਿਆਣੇ ਦੇ, ਉਹਨਾਂ ਨੇ ਵੀ ਇਸ ਪੂਰੇ ਮਾਮਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰਤਾ। ਸੋ ਚੁਣੌਤੀਆਂ ਹੈ ਨੇ, ਪਰ ਕਿਉਂਕਿ ਸਿਆਸਤ ਵੀ ਨਾਲ ਜੁੜੀ ਹੈ। ਅਗਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ, ਅਕਾਲੀ ਦਲ ਦੀ ਸਰਕਾਰ ਹੁੰਦੀ ਜਾਂ ਕਾਂਗਰਸ ਦੀ ਹੁੰਦੀ, ਤੇ ਲਗਭਗ ਉਸੇ ਤਰ੍ਹਾਂ ਦਾ ਆਚਰਣ ਸਾਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਦਿਖਣਾ ਸੀ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਇਸੇ ਤਰ੍ਹਾਂ ਸਿਆਸੀ ਹਮਲੇ ਕਰਨੇ ਸੀ। ਸੋ ਇਹ ਸਿਆਸੀ ਰਿਵਾਜ ਹੈ, ਜਿਹੜੀਆਂ ਧਿਰਾਂ ਵਿਰੋਧ ਚ ਹੁੰਦੀਆਂ ਨੇ ਹਰਜੋਤ ਜੀ, ਉਹ ਮੌਕਾ ਲੱਭਦੀਆਂ ਨੇ। ਤੇ ਹੁਣ ਲਾ ਐਂਡ ਆਰਡਰ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਹੇ। जी बिल्कुल सही कहा तुसी कि सियासत बहुत कुछ करवाती है ते असं भी इसलिए हर खबर की सही जानकारी दर्शकों तक पहुंचाने की हमेशा कोशिश करते हैं, ताकि जो कई बार सुनिया सुनाइया खबर इस तरह फैल जाती असली तत्थ जो है पता ही नहीं लग पाते। सो असी हमेशा कोशिश करते हैं सही तत्थ ही असी दर्शकों तक पहुंचाइए। ते डिल्ला जी एक हिसाब नाल जो खास खबर जो जिन्हां दे विस्तार विच चर्चा होनी चाहिए सी, वो खबर मैं तुहाडे तो जरूर विस्तार विच पुछियां, पर फिर भी अगर कोई तुहानूं लगदा है कोई खास खबर होर दर्शकों तक पहुंचनी चाहिए है, मैं सवाल नहीं कर सकी ਤਾਂ ਤੁਸੀਂ ਜ਼ਰੂਰ ਮੈਂ ਚਾਹੂੰਗੀ ਦਰਸ਼ਕਾਂ ਨਾਲ ਸਾਂਝੀ ਕਰੋ। ਦੇਖੋ, ਪੰਜਾਬ ਸਰਕਾਰ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਹੈ ਕਿ ਅਧਿਆਪਕਾਂ ਦੀਆਂ ਜਿਹੜੀਆਂ ਆਨਲਾਈਨ ਬਦਲੀਆਂ ਸੀ ਉਹਨਾਂ ਨੂੰ ਆਨਲਾਈਨ ਅਪਲਾਈ ਕਰਨ ਦੀ ਡੇਟ ਵਧਾਤੀ। ਪਹਿਲਾਂ ਇਹ 31 ਮਈ ਤੱਕ ਸੀ, ਸੋ ਹੁਣ ਇਹਨੂੰ 2 ਜੂਨ ਤੱਕ ਵਧਾ ਦਿੱਤਾ ਗਿਆ। ਸੋ ਅੱਜ 2 ਤਰੀਕ ਹੈ, ਅੱਜ ਵੀ ਬਦਲੀਆਂ ਦੀ ਜਿਹੜੀ ਆਨਲਾਈਨ ਐਪਲੀਕੇਸ਼ਨ ਹੈ ਉਹ ਲਾਈ ਜਾ ਸਕਦੀ ਹੈ। ਸੋ ਸੰਬੰਧਿਤ ਜਿਹੜੇ ਅਧਿਆਪਕ ਨੇ ਉਹ ਆਪਣੇ ਮਹਿਕਮੇ ਤੋਂ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ जी बिल्कुल। तो उम्मीद करते हैं कि जिस तरीके नाल हमेशा साडे दर्शक साडे नाल जुड़ते हैं, कमेंट्स जरिए अपने सुझाव साडे तक पहुंचाते हैं, इसी तरह तुसीं अपने सुझाव साडे तक पहुंचाते रहा करो। बहुत कीमती हुंदे तुहाडे सुझाव। ते डल्ला जी तुहाडा बहुत बहुत धन्नवाद कि तुसीं इन्हां सब खास खबरां दे उपर विस्तार विच जानकारी साडे नाल दर्शकां नाल सांझी कीती है। बहुत बहुत धन्नवाद डल्ला जी। बहुत धन्यवाद।